हरबंस सिंह सूरज अलवर वाले गुरु के कीर्तनीय दी सनिमर फतेह प्रवान करनी। वाहेगुरु जी का खालसा, वाहेगुरु जी की फतेह। महान राज योगी भरथरी ऋषि दी तपोभूमि अलवर राजस्थान दे वसनीक जिन्हां दी जन्म भूमि लख मरवत जिला बन्नू सी, लेकिन कर्म भूमि अलवर नू बना चुके ऐसे महान विद्वान पंथ रतन विद्या मारतंड कथा श्रोमणी निशाने सिखी ਅਤੇ ਭਾਈ ਗੁਰਦਾਸ ਐਵਾਰਡ ਨਾਲ ਸਨਮਾਨਿਤ ਧਰਮ ਧੁਰੰਧਰ ਅਤੇ ਗੁਰਮਤ ਦੀ ਮਹਿਕ ਨੂੰ ਮਹਿਕਾਉਣ ਵਾਲੇ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਦੀ ਬਰਸੀ ਤੇ ਵਿਸ਼ੇਸ਼ ਲੇਖ। ਦਿਨ ਸ਼ੁੱਕਰਵਾਰ ਤਾਰੀਖ 18 फरवरी सन 2005। स्थान इटावा उत्तर प्रदेश। भारत दी भूमि ते सवेरे 8 बजे मस्कीन साहब ने आखिरी साहां दे नाल इस संसार नू अलविदा कह दिता। देखण सुनन वाले हैरान परेशान बेबस निराश उदास अति सोगी ते गमगीन माहौल विच सन। इंज लगा जिवें शिखर दुपहरे ज्ञान दा सूरज डुब गया होवे, कथन कला दे अंबरी हनेर पसर गया होवे, सूखम विचार धारा दा बाग उजड़ गया होवे ते विद्वता दी दुनिया च सुन्न पसर गई होवे। पलो पली पूरे विश्व विच सोग दी लहर छा गई सी। विद्वता दे अंबरां ते चंद्रमा वांग चमकण वाले मस्कीन जी बहुपक्षी विद्वता अनोखी आभा ते अद्वितीय प्रतिभा दे मालिक सन। एक बैठक विच केवल एक विषय दी चोण करदे अते उस विषय दे निभाव लई भिन्न भिन्न उदाहरणां कोटेशनां दे नाल नाल हिंदी उर्दू फारसी दियां काव टुकड़ियां दे ढेर ला दिंदे। शेरो शायरी बोलदे तां इंज लगदा जिवें अंबरां तो शीतल बूंदां दी फुहार होवे। श्रोते निहाल हुंदे, सरशार हुंदे ते मंत्रमुग्ध हुंदे सन। सिख पंथ विच इक्को एक ओह निवेकली हस्ती सी जिन्हां दी व्याख्या विच असाधारण खिच, तिखा वेग ते अनोखा प्रभाव हुंदा सी। श्रोतियां दी ਐਨੀ ਵਿਆਪਕ ਭੀੜ ਹੁੰਦੀ ਕਿ ਵੱਡੇ ਤੋਂ ਵੱਡੇ ਦੀਵਾਨ ਹਾਲ ਵੀ ਛੋਟੇ ਹੋ ਜਾਂਦੇ ਸਨ। ਮਸਕੀਨ ਸਾਹਿਬ ਜਿੱਥੇ ਗੁਰਮਤ ਗੁਰਬਾਣੀ ਤੇ ਸਿੱਖ ਸਿਧਾਂਤਾਂ ਦੇ ਸਿਰਮੌਰ ਵਿਆਖਿਆਕਾਰ ਸਨ, ਉੱਥੇ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਭਾਸ਼ਾਵਾਂ ਦੇ ਖੋਜੀ, ਗਿਆਨਵਾਨ ਚਿੰਤਕ ਅਤੇ ਮਹਾਨ ਵਿਦਵਾਨ ਸਨ। वेदां, कतेबां, उपनिषदां ते सिमरतियां दे अते उन्हां विचले सिद्धांत ते फिलोसफी दे गहर गंभीर ज्ञाता सन। संसार दे वख-वख धर्मां, मतां, मजहबां दे रीति रिवाज ते वहमां भरमां दे अते पीरां फकीरां ते पैगंबरां दी मर्यादा ते सिक्ख्यावां दे भरपूर जाणकार सन।
ਦੁਨੀਆ ਦੇ ਇਤਿਹਾਸ, ਮਿਥਿਹਾਸ, ਭੂਗੋਲ ਅਤੇ ਅਜੋਕੇ ਵਿਗਿਆਨ ਦੀਆਂ ਕਾਢਾਂ ਦੇ ਨਿਪੁੰਨ ਵਿਆਖਿਆਕਾਰ ਸਨ। ਗੁਰਬਾਣੀ ਦੇ ਆਸ਼ੇ, ਉਦੇਸ਼ ਤੇ ਵਿਸ਼ੇ ਨਾਲ ਸੰਬੰਧਿਤ ਹੋਰ ਮਤਾਂ ਦੇ ਢੁਕਵੇਂ ਪ੍ਰਮਾਣ ਦੇਣ ਅਤੇ ਤੁਲਨਾਤਮਕ ਵਿਆਖਿਆ ਕਰਨ ਦੇ ਪ੍ਰਵੀਣ ਉਸਤਾਦ ਸਨ। ਭਾਈ ਸਾਹਿਬ ਭਾਈ ਨੰਦ ਲਾਲ, ਭਾਈ ਸਾਹਿਬ ਭਾਈ ਗੁਰਦਾਸ ਜੀ, ਸ਼ੇਖ ਸਾਦੀ ਸਾਹਿਬ, ਮੀਰ ਤਕੀ ਮੀਰ, ਅਮੀਰ ਖੁਸਰੋ, ਉਸਤਾਦ ਜ਼ੌਕ, ਮਿਰਜ਼ਾ ਗਾਲਿਬ ਤੇ ਹੋਰ ਅਨੇਕਾਂ ਹਿੰਦੀ, ਉਰਦੂ, ਫਾਰਸੀ ਦੇ ਸ਼ਾਇਰਾਂ ਦੇ ਕਲਾਮ ਤੇ ਕੀਮਤੀ ਸ਼ੇਰੋ ਸ਼ਾਇਰੀ ਦਾ ਭਰ ਵਗਦਾ ਦਰਿਆ ਸੀ। ਸੁਲਝੇ ਵਿਦਵਾਨਾਂ ਵਾਲੀ ਠੁਕਦਾਰ ਭਾਸ਼ਾ, ਢੁਕਵਾਂ ਉਚਾਰਨ ਤੇ ਕਾਵਿਕ ਸ਼ੈਲੀ ਸ਼ਬਦਾਵਲੀ ਵਿੱਚ ਅਣਿਆਲੇ ਤੀਰਾਂ ਵਰਗੀ ਤੀਖਣਤਾ ਹੁੰਦੀ ਸੀ। ਪੇਸ਼ਕਾਰੀ ਵਿੱਚ ਅੰਤਾਂ ਦਾ ਵੇਗ, ਮਿਠਾਸ ਤੇ ਵਹਾਵ ਹੁੰਦਾ ਸੀ। ਵਿਚਾਰਾਂ ਦੀ ਕੁਠਾਲੀ ਵਿੱਚ ਢਲੇ ਹੋਏ ਹਰ ਅੱਖਰ, ਹਰ ਸ਼ਬਦ ਤੇ ਹਰ ਵਾਕ ਦੀ ਤੋਰ ਬਦਲ ਜਾਂਦੀ ਤੇ ਪ੍ਰਭਾਵ ਤੀਬਰ ਹੋ ਜਾਂਦਾ ਸੀ। ਸੋਧੇ, ਸ਼ਿੰਗਾਰੇ ਤੇ ਤਰਾਸ਼ੇ ਹੋਏ ਹੀਰੇ ਵਾਂਗ ਸ਼ਬਦ ਤੇ ਵਾਕ ਚਾਂਦੀ ਦੀ ਤਸ਼ਤਰੀ ਵਿੱਚ ਸੋਨੇ ਦੇ ਜ਼ੇਵਰਾਂ ਵਾਂਗ ਪਰੋਸ ਕੇ ਸਰੋਤਿਆਂ ਅੱਗੇ ਪੇਸ਼ ਕਰਨ ਦੇ ਉਸਤਾਦ ਸਨ। ਇਹੋ ਪੇਸ਼ਕਾਰੀ ਮਸਕਿਨ ਸਾਹਿਬ ਨੂੰ ਹੋਰ ਵਿਦਵਾਨਾਂ ਤੋਂ ਵੱਖਰਿਆਉਂਦੀ ਹੈ ਤੇ ਮਹਾਨ ਬਣਾਉਂਦੀ ਹੈ। ਮਸਕਿਨ ਸਾਹਿਬ ਜੀ ਦੀ ਭਾਸ਼ਾ ਤੇ ਸ਼ਬਦਾਵਲੀ ਵਿੱਚ ਇੱਕੋ ਅਰਥ ਵਾਲੇ ਸਮਅਰਥੀ ਤੇ ਵਿਰੋਧੀ ਸ਼ਬਦਾਂ ਦਾ ਵਿਸ਼ੇਸ਼ਣਾਂ ਤੇ ਕਿਰਿਆ ਵਿਸ਼ੇਸ਼ਣਾਂ ਦਾ ਅਮੁੱਖ ਤੇ ਅਸੀਮ ਖਜ਼ਾਨਾ ਸੀ। ਅਨੇਕਾਂ ਅਲੰਕਾਰਾਂ ਦੇ ਨਾਲ ਨਾਲ ਸ਼ਬਦਾਰਥ ਅਲੰਕਾਰ ਦੀ ਬਹੁਤ ਵਰਤੋਂ ਕਰਦੇ ਸਨ। ਬੋਲਦੇ ਤਾਂ ਲੱਗਦਾ ਜਿਵੇਂ ਰਸਨਾ ਤੋਂ ਨਿਕਲਿਆ ਹਰ ਸ਼ਬਦ, ਹਰ ਅੱਖਰ ਕਿਸੇ ਅਗੰਮੀ ਤੇ ਅਨੋਖੀ ਲੈਅ ਵਿੱਚ ਤਾਲ ਦੇ ਰਿਹਾ ਹੋਵੇ। ਮਤ ਵਾਲੇ ਸ਼ਬਦ ਨਿਰਤ ਕਰ ਰਹੇ ਹੋਣ ਤੇ ਉਚਾਰਨ ਵਿੱਚੋਂ ਅਨਹਦ ਨਾਦ ਵਰਗੀ ਸਰਸ਼ਾਰੀ ਗੂੰਜ ਪੈ ਰਹੀ ਹੋਵੇ। ਸਰੋਤੇ ਕੀਲੇ ਜਾਂਦੇ ਭਾਰੀ ਇਕੱਤਰਤਾ ਵਿੱਚ ਉੱਚੀ ਸਾਹ ਲੈਣ ਦੀ ਆਵਾਜ਼ ਨਹੀਂ ਸੀ ਆਉਂਦੀ। ਮਸਕਿਨ ਸਾਹਿਬ ਜੀ ਦੀ ਆਵਾਜ਼ ਸੰਗੀਤਕ ਤੇ ਸਰੋਦੀ ਮਿਠਾਸ ਨਾਲ ਭਰੀ ਹੋਈ ਸੀ। ਕਾਵਮਈ ਤੇ ਲੈਮਈ ਸੀ। ਲੱਗਦਾ ਜਿਵੇਂ ਕਿਸੇ ਅਨੋਖੀ ਅਗੰਮੀ ਰਿਦਮ ਵਿੱਚ ਕਿਸੇ ਸਾਜ਼ ਦੀ ਕੋਈ ਧੁਨ ਵੱਜ ਰਹੀ ਹੋਵੇ। ਬਿਰਹੋਂ ਭੇਜਾ ਆਲਾਪ ਹੋਵੇ ਜਾਂ ਇੱਕ ਮੰਦ ਮੰਦ ਪੌਣ ਰੁਮਕਦੀ ਹੋਵੇ। ਇੱਕ ਰਸ, ਟਿਕਾਵ ਤੇ ਸਹਿਜ ਨਾਲ ਬੋਲਣ ਦਾ ਉਹਨਾਂ ਦਾ ਆਪਣਾ ਅਨੋਖਾ ਅੰਦਾਜ਼ ਸੀ। ਸਮਝਾਉਣ ਲਈ ਦੁਹਰਾਓ ਵੀ ਕਰਦੇ ਸਨ ਅਤੇ ਠਹਿਰਾਓ ਵੀ ਬਹੁਤ ਸੀ। ਪਰ ਮਿਕਨਾਤੀਸੀ ਪ੍ਰਭਾਵ ਹੁੰਦਾ ਸਰੋਤਿਆਂ ਨੂੰ ਕੀਲਣ ਵਾਲੀ ਲਿਆਕਤ, ਸਦਾਕਤ ਤੇ ਬਹਿਰ ਹੁੰਦੀ ਸੀ। ਚਲਦੀ ਵਿਆਖਿਆ ਦਾ ਸਮੁੱਚਾ ਪ੍ਰਸੰਗ ਬਗੈਰ ਕਿਸੇ ਕੱਟ ਵੱਢ ਜਾਂ ਬਗੈਰ ਸੋਧ ਸੁਧਾਈ ਤੋਂ ਇੰਨ ਬਿੰਨ ਛਾਪ ਦਿੱਤਾ ਜਾਂਦਾ ਤਾਂ ਉੱਚੇ ਮਿਆਰ ਦੀ ਵਾਰਤਕ ਰਚਨਾ ਬਣ ਜਾਂਦੀ ਸੀ। ਅਜਿਹੀ ਮਿਸਾਲ ਦੋ ਭਾਗਾਂ ਵਿੱਚ ਛਪੀ ਇਹਨਾਂ ਦੀ ਪੁਸਤਕ ਮਸਕਿਨ ਜੀ ਦੇ ਲੈਕਚਰ ਤੋਂ ਭਲੀ ਭਾਂਤ ਸਿੱਧ ਹੁੰਦੀ ਹੈ। ਇਹਨਾਂ ਦੀਆਂ ਦਰਜਨਾਂ ਪੁਸਤਕਾਂ ਛਪ ਚੁੱਕੀਆਂ ਹਨ। ਅਣਛਪੀਆਂ ਪੁਸਤਕਾਂ ਦੇ ਹੋਰ ਪਤਾ ਨਹੀਂ ਕਿੰਨੇ ਖਰੜੇ ਅਧੂਰੇ ਛੱਡ ਗਏ ਹਨ। ਮਸਕਿਨ ਸਾਹਿਬ ਜੀ ਨੇ ਪੁਰਾਤਨ ਡੇਰਿਆਂ, ਧਰਮਸ਼ਾਲਾਵਾਂ ਤੇ ਗੁਰਦੁਆਰਿਆਂ ਵਿੱਚ ਸਦੀਆਂ ਤੋਂ ਕੀਤੀ ਜਾਂਦੀ
ਕਥਾ ਦੇ ਪੁਰਾਤਨ ਅਤੇ ਰਵਾਇਤੀ ਢੰਗ ਵੰਗ ਦੀ ਵਲਗਣ ਵਿੱਚੋਂ ਬਾਹਰ ਕੱਢਣ, ਨਵੀਨ ਬੋਲੀ ਸ਼ੈਲੀ ਵਿੱਚ ਸਥਾਪਿਤ ਕਰਨ, ਅਕਾਦਮਿਕ ਤੇ ਵਿਦਿਅਕ ਅਦਾਰਿਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਕਥਾ ਦਾ ਫੈਲਾਅ ਕਰਨ, ਅਧਿਆਪਕਾਂ, ਪ੍ਰੋਫੈਸਰਾਂ, ਡਾਕਟਰਾਂ, ਗਿਆਨੀਆਂ, ਵਿਗਿਆਨੀਆਂ ਤੇ ਖੋਜਕਾਰਾਂ ਤੱਕ ਧਾਰਮਿਕ ਕਥਾ ਦਾ ਘੇਰਾ ਮੋਕਲਾ ਤੇ ਵਿਸ਼ਾਲ ਕਰਨ ਦਾ ਅਦੁੱਤੀ ਤੇ ਇਤਿਹਾਸਕ ਕਾਰਜ ਕੀਤਾ ਸੀ। ਇਹੋ ਕਾਰਨ ਹੈ ਕਿ ਮਸਕਿਨ ਜੀ ਦੀ ਕਥਾ ਦੇ ਵੱਡੀਆਂ ਗਿਣਤੀਆਂ ਵਾਲੇ, ਉੱਚੀਆਂ ਪਦਵੀਆਂ ਵਾਲੇ ਬੁੱਧੀਜੀਵੀ, ਡਾਕਟਰ, ਲੇਖਕ ਤੇ ਵਿਦਵਾਨ ਉਪਾਸਕ ਸਨ ਅਤੇ ਉਹ ਚੱਲ ਰਹੀ ਵਿਆਖਿਆ ਦੀ ਟੇਪ ਰਿਕਾਰਡਿੰਗ ਕਰਦੇ ਤੇ ਨੋਟ ਲੈਂਦੇ ਵੇਖੇ ਜਾਂਦੇ ਸਨ। ਕਲਾਸੀਕਲ ਸੰਗੀਤ ਦੀ ਦੁਨੀਆ ਵਿੱਚ ਜਿਵੇਂ ਕਿਸੇ ਇੱਕ ਮਹਾਨ ਸੰਗੀਤਕਾਰ ਦੀ ਨਵੇਕਲੇ ਰੰਗ ਦੀ ਗਾਇਕੀ ਕਾਰਨ ਉਸ ਦੇ ਨਾਂ ਤੇ ਜਾਂ ਉਸ ਦੀ ਰਿਹਾਇਸ਼ ਵਾਲੇ ਕਿਸੇ ਸ਼ਹਿਰ ਦੇ ਨਾਂ ਤੇ ਵੱਖ-ਵੱਖ ਘਰਾਣੇ ਪ੍ਰਸਿੱਧ ਹਨ। ਜਿਵੇਂ ਪੰਜਾਬ ਵਿੱਚ ਸ਼ਾਮ 84 ਤੇ ਪਟਿਆਲਾ ਘਰਾਣੇ ਪ੍ਰਸਿੱਧ ਹਨ, ਇਸੇ ਤਰ੍ਹਾਂ ਕਥਾਵਾਚਕਾਂ ਵਿੱਚ ਮਸਕਿਨ ਸਾਹਿਬ ਦੇ ਸਟਾਈਲ ਦੀ ਕਥਾ ਦੇ ਘਰਾਣੇ ਦਾ ਨਾਮ ਵੀ ਮਸਕੀਨ ਘਰਾਣਾ ਸਥਾਪਿਤ ਹੋ ਚੁੱਕਾ ਹੈ। ਹੁਣ ਦੇ ਬਹੁਤੇ ਕਥਾਕਾਰਾਂ ਦੀ ਪੇਸ਼ਕਾਰੀ ਵਿੱਚ ਤੇ ਪਹਿਰਾਵੇ ਵਿੱਚ ਮਸਕਿਨ ਸਾਹਿਬ ਜੀ ਵਾਲੀ ਝਲਕ ਮਿਲਦੀ ਹੈ। ਪਾਕਿਸਤਾਨ ਦੇ ਸੂਬਾ ਸਰਹੱਦ ਦੇ ਜ਼ਿਲ੍ਹਾ ਬੰਨੂ, ਕਸਬਾ ਲੱਕ ਮਰਵਤ ਵਿਖੇ ਸਤਿਕਾਰਯੋਗ ਪਿਤਾ ਸਰਦਾਰ ਕਰਤਾਰ ਸਿੰਘ ਜੀ ਅਤੇ ਸਤਿਕਾਰਯੋਗ ਪੂਜਨੀਕ ਮਾਤਾ ਰਾਮ ਕੌਰ ਜੀ ਦੇ ਗ੍ਰਹਿ ਵਿਖੇ ਸੋਮਵਾਰ 15 ਅਕਤੂਬਰ ਸੰਨ 1934 ਨੂੰ ਜਨਮੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਨਾਲ ਲਗਭਗ 1950 ਤੋਂ ਇੱਕ ਵੱਖਰੀ ਤੇ ਵਿਸ਼ੇਸ਼ ਸ਼ੈਲੀ ਜਨਮ ਲੈਂਦੀ ਹੈ ਅਤੇ ਇੱਕ ਨਵੀਨ ਤੇ ਰੋਮਾਂਟਿਕ ਸਟਾਈਲ ਦੀ ਕਥਾ ਦਾ ਯੁੱਗ ਆਰੰਭ ਹੁੰਦਾ ਹੈ। ਬੀਤੇ 50-55 ਸਾਲਾਂ ਤੋਂ ਗੁਪਤ ਪ੍ਰਗਟ ਰੂਪ ਵਿੱਚ ਹਜ਼ਾਰਾਂ ਕਥਾਵਾਚਕ ਮਸਕੀਨ ਜੀ ਦੀ ਬੋਲੀ ਸ਼ੈਲੀ ਤੋਂ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਦੀ ਕਥਨੀ ਤੇ ਵਿਦਵਤਾ ਤੋਂ ਲਾਭ ਲੈ ਰਹੇ ਹਨ। ਧਾਰਮਿਕ ਕਥਾਕਾਰਾਂ ਦੀ ਸ਼੍ਰੇਣੀ ਵਿੱਚ ਮਸਕੀਨ ਸਾਹਿਬ ਜੀ ਅੱਧੀ ਸਦੀ ਤੋਂ ਵਧੇਕ ਸਮੇਂ ਤੱਕ ਇੱਕ ਵਿਸ਼ਾਲ ਬੋੜ ਵਾਂਗ ਛਾਏ ਰਹੇ ਹਨ ਅਤੇ ਇਸ ਦੀ ਠੰਡੀ, ਮਿੱਠੀ ਤੇ ਸੰਘਣੀ ਛਾਂ ਵਿੱਚ ਪੰਥ ਦੇ ਹੋਰ ਸਾਰੇ ਵਿਦਵਾਨ ਪਨਾਹ ਲੈਂਦੇ ਤੇ ਆਤਮਿਕ ਤ੍ਰਿਪਤੀ ਕਰਦੇ ਰਹੇ ਹਨ। ਗ੍ਰਸਤੀਆਂ ਵਾਲੇ ਸਾਧਾਰਣ ਪਹਿਰਾਵੇ ਵਿੱਚ ਵੀ ਇਹਨਾਂ ਦੀ ਸ਼ਖਸੀਅਤ ਦਾ ਅਖੌਤੀ ਸੰਤ ਬਾਬਿਆਂ ਤੋਂ ਵੀ ਉਚੇਰਾ ਪ੍ਰਭਾਵ ਸੀ। ਇਹੋ ਕਾਰਨ ਹੈ ਕਿ ਕਈ ਭੋਲੇ ਭਾਲੇ ਤੇ ਸ਼ਰਧਾਲੂ ਇਹਨਾਂ ਦੇ ਨਾਂ ਨਾਲ ਸੰਤ ਜੋੜਦੇ ਹਨ ਅਤੇ ਜਾਣੇ ਅਣਜਾਣੇ ਇਹਨਾਂ ਨੂੰ ਸੰਤ ਮਸਕੀਨ ਸਿੰਘ ਆਖਦੇ ਸੁਣੇ ਜਾਂਦੇ ਹਨ। ਮਸਕੀਨ ਜੀ ਦੇ ਗੁਰਮਤ ਪ੍ਰਚਾਰ ਦਾ ਵਿਸਥਾਰ ਇੱਕ ਬਹੁਤ ਵੱਡੀ ਸੰਸਥਾ ਜਾਂ ਵੱਡੀ ਟਕਸਾਲ ਵਰਗਾ ਹੈ। ਆਪ ਨੇ ਪੂਰੇ ਵਿਸ਼ਵ ਦੇ ਗੁਰਦੁਆਰਿਆਂ ਵਿੱਚ ਪਹੁੰਚ ਕੀਤੀ ਅਤੇ ਮਹਾਨ ਸੰਸਥਾ ਵਾਂਗ ਗੁਰਮਤ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਸਾਰੀ ਹਯਾਤੀ ਦੇ ਸਾਰੇ ਦਿਨ, ਸਾਰੇ ਸੁਬਹ ਸ਼ਾਮ ਗੁਰਮਤ ਪ੍ਰਚਾਰ ਦੇ ਲੇਖੇ ਲਾਏ ਹੋਏ ਸਨ।
ਕਿਸੇ ਨੂੰ ਨਿੰਦਣ, ਭੰਡਣ, ਪ੍ਰੋਪੇਗੰਡਾ ਕਰਨ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੀ ਸਲਾਹਤਾ ਕਰਨ ਜਾਂ ਕਿਸੇ ਤੋਂ ਕੋਈ ਵਿਸ਼ੇਸ਼ ਲਾਹਾ ਲੈਣ ਦੀ ਭਾਵਨਾ ਤੋਂ ਬਹੁਤ ਉਚੇਰੇ ਅਤੇ ਪਾਕ ਪਵਿੱਤਰ ਹਸਤੀ ਸਨ। ਕਿਸੇ ਦੀ ਖੁਸ਼ਾਮਦ ਜਾਂ ਚਾਪਲੂਸੀ ਤੋਂ, ਬੇਮੇਚੇ ਲੋਭ ਤੇ ਹਉਮਾ ਅਹੰਕਾਰ ਤੋਂ, ਦਿਖਾਵੇ ਤੇ ਅਡੰਬਰ ਤੋਂ ਅਸਲੋਂ ਨਿਰਲੇਪ ਤੇ ਬੇਦਾਗ ਸਨ। ਬਹਿਸਣ ਵਾਲੇ, ਖਹਿਣ ਵਾਲੇ, ਐਵੇਂ ਸਿੰਘ ਫਸਾਉਣ ਵਾਲਿਆਂ ਤੋਂ ਆਪ ਬਹੁਤ ਸਾਵਧਾਨੀ ਨਾਲ ਦੂਰੀ ਰੱਖਦੇ ਸਨ। ਸਾਹਿਤਕ, ਸੰਗੀਤਕ, ਕਾਵਿਕ ਤੇ ਕੋਮਲ ਵਿਚਾਰਧਾਰਾ ਦੇ ਸਵਾਮੀ ਮਸਕੀਨ ਸਾਹਿਬ ਜੀ ਆਪਣੀਆਂ ਸੋਚਾਂ ਵਿੱਚ ਗੁਆਚੇ ਹੋਏ ਆਪਣੀ ਧੁਨ ਦੇ ਮਾਲਕ ਸੰਵੇਦਨਸ਼ੀਲ ਫਿਲਾਸਫਰ ਸਨ। ਸਮੇਂ ਦੀ ਬਹੁਤ ਕਦਰ ਕਰਦੇ, ਇੱਕ ਇੱਕ ਮਿੰਟ ਦਾ ਲੇਖਾ ਜੋਖਾ ਕਰਦੇ ਤੇ ਅਮਲ ਕਰਦੇ ਸਨ। ਖਾਣ ਪੀਣ, ਆਰਾਮ ਕਰਨ, ਅਧਿਐਨ ਤੇ ਚਿੰਤਨ ਕਰਨ ਦਾ ਇਹਨਾਂ ਦਾ ਬਕਾਇਦਾ ਟਾਈਮ ਟੇਬਲ ਹੁੰਦਾ ਸੀ। ਇਹਨਾਂ ਦਾ ਆਪਣਾ ਸਮਾਂ ਅੰਮ੍ਰਿਤ ਵੇਲੇ 2:30 ਵਜੇ ਤੋਂ ਉੱਠ ਕੇ ਇਸ਼ਨਾਨ ਪਾਣੀ, ਨਿਤਨੇਮ, ਨਾਮ ਸਿਮਰਨ ਅਭਿਆਸ ਦੇ ਨਾਲ ਆਰੰਭ ਹੁੰਦਾ ਸੀ। ਮਸਕੀਨ ਸਾਹਿਬ ਇਕੱਲੇ ਪੰਜਾਬੀਆਂ ਦੇ ਜਾਂ ਕੇਵਲ ਸਿੱਖਾਂ ਦੇ ਹੀ ਵਿਆਖਿਆਕਾਰ ਨਹੀਂ ਸਨ, ਸਗੋਂ ਇਹਨਾਂ ਦੀ ਮਸ਼ਹੂਰੀ ਤੇ ਮਕਬੂਲੀਅਤ ਗੈਰ ਸਿੱਖਾਂ ਵਿੱਚ ਵੀ ਸੀ ਤੇ ਵਿਸ਼ਵ ਦੇ ਸਾਰੇ ਭਾਗਾਂ ਵਿੱਚ ਸੀ। ਅਨੇਕਾਂ ਗੈਰ ਪੰਜਾਬੀ ਅਤੇ ਗੈਰ ਸਿੱਖ ਵੀ ਇਹਨਾਂ ਦੇ ਪ੍ਰਵਚਨਾਂ ਦੇ ਉਪਾਸ਼ਕ ਵੱਡੀ ਗਿਣਤੀ ਵਿੱਚ ਮਿਲਦੇ ਹਨ। ਜਿਵੇਂ ਆਪ ਸਿਰਮੌਰ ਫਿਲਾਸਫਰ, ਸਿਧਾਂਤਕ, ਵਿਆਖਿਆਕਾਰ, ਦਾਰਸ਼ਨਿਕ ਅਤੇ ਨਿਪੁੰਨ ਵਾਰਤਕ ਲੇਖਕ ਸਨ, ਉੱਥੇ ਆਪ ਇੱਕ ਹਸੀਨ ਤੇ ਪ੍ਰਵੀਣ ਪ੍ਰਤਿਭਾ ਦੇ ਮਾਲਕ ਪੰਜਾਬੀ ਤੇ ਉਰਦੂ ਦੇ ਕਵੀ ਸ਼ਾਇਰ ਵੀ ਸਨ। ਆਪ ਦੀ ਕਵਿਤਾ ਸ਼ਾਇਰੀ ਵਿੱਚ ਉੱਚੀ ਖਿਆਲ ਉਡਾਰੀ, ਡੂੰਘਾ ਤਖਯਲ, ਪ੍ਰਾਕ੍ਰਿਤਿਕ ਹੁਸਨ ਤੇ ਬੁਲੰਦ ਪ੍ਰਵਾਜ਼ ਸੀ। ਆਪ ਦੀ ਕਵਿਤਾ ਵਿੱਚੋਂ ਭਿੰਨ ਭਿੰਨ ਰਸਾਂ ਤੇ ਅਲੰਕਾਰਾਂ ਦੁਆਰਾ ਸ਼ਿੰਗਾਰੀ ਮਾਨਵੀ ਜਜ਼ਬਿਆਂ ਨਾਲ ਛਲਕਦੀ ਤੇ ਸੂਖਮ ਅਹਿਸਾਸਾਂ ਨੂੰ ਟੁੰਬਦੀ ਕਾਵ ਕਲਾ ਦੇ ਦਰਸ਼ਨ ਹੁੰਦੇ ਸਨ। ਅਜੋਕੇ ਸੰਤ ਬਾਬਿਆਂ, ਮਹਾਂਪੁਰਖਾਂ ਤੇ ਕਈ ਗੁਣੀ ਗਿਆਨੀਆਂ ਵਾਂਗ ਮਸਕੀਨ ਸਾਹਿਬ ਜੀ ਨਾ ਵੱਡੇ ਸਰਦਾਰਾਂ ਦੀਆਂ ਐਸ਼ ਆਰਾਮ ਵਾਲੀਆਂ ਵੱਡੀਆਂ ਕੋਠੀਆਂ ਵਿੱਚ ਰਿਹਾਇਸ਼ ਰੱਖਦੇ ਸਨ, ਨਾ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਦਾ ਚਸਕਾ, ਨਾ ਕਿਸੇ ਪਦਾਰਥ ਦੀ ਕੋਈ ਲਾਲਸਾ ਸੀ। ਥੋੜਾ ਸਮੇਂ, ਥੋੜਾ ਹੀ ਖਾਵੇ ਵਾਲੀ ਸਾਦੀ ਬਿਰਤੀ ਦੇ ਮਾਲਕ ਸਨ। ਦੇਸ਼ ਹੁੰਦੇ ਜਾਂ ਵਿਦੇਸ਼, ਆਪਣੀ ਰਿਹਾਇਸ਼ ਕਿਸੇ ਨਾ ਕਿਸੇ ਗੁਰੂ ਘਰ ਵਿੱਚ ਹੀ ਰੱਖਦੇ ਤੇ ਸੰਗਤ ਦੇ ਨਾਲ ਦਾ ਸਾਧਾਰਨ ਲੰਗਰ ਦਾ ਬਣਿਆ ਭੋਜਨ ਹੀ ਛਕਦੇ ਸਨ। ਮਸਕੀਨ ਸਾਹਿਬ ਜੀ ਦੀ ਇੱਕ ਹੋਰ ਵਿਸ਼ੇਸ਼ਤਾ ਕਿ ਆਪ ਗੁਰੂ ਕੇ ਕੀਰਤਨੀਆਂ ਦਾ ਬਹੁਤ ਸਨਮਾਨ ਸਤਿਕਾਰ ਕਰਦੇ ਸਨ ਅਤੇ ਨਾਲ ਹੀ ਕਥਾਵਾਚਕਾਂ ਦੇ ਪ੍ਰੇਰਣਾ ਸਰੋਤ ਸਨ। ਢਾਡੀਆਂ, ਕਵੀਸ਼ਰਾਂ ਅਤੇ ਕਵੀਆਂ ਦੇ ਕਦਰਦਾਨ ਸਨ। ਇਹਨਾਂ ਸਾਰਿਆਂ ਪ੍ਰਚਾਰਕਾਂ ਨੂੰ ਉਹ ਆਪਣੇ ਨਾਲ ਹੀ ਇੱਕ ਵਹੀਰ ਦੇ ਰੂਪ ਦੇ ਵਿੱਚ ਹੀ ਪ੍ਰਚਾਰ ਲਈ ਚਲਦੇ ਸਨ ਅਤੇ ਮਸਕੀਨ ਸਾਹਿਬ ਕਈ ਵਾਰੀ ਆਪਣਾ ਸਮਾਂ ਕੱਟ ਕੇ ਵੀ ਇਹਨਾਂ ਪ੍ਰਚਾਰਕਾਂ ਨੂੰ ਸਮਾਂ ਵੀ ਦਿੰਦੇ ਸਨ ਅਤੇ ਆਪਣੀ ਮਾਇਆ ਵਿੱਚੋਂ ਮਾਇਆ ਦੇ ਕੇ ਉਹਨਾਂ ਦੀ ਸਹਾਇਤਾ ਵੀ ਕਰਦੇ ਸਨ। ਮਸਕੀਨ ਸਾਹਿਬ ਜੀ ਨੇ ਬਹੁਤ ਸਾਰੇ ਪ੍ਰਚਾਰਕਾਂ ਨੂੰ ਦੇਸ਼
ਵਿਦੇਸ਼ ਦੇ ਵਿੱਚ ਸੈਟਲ ਕਰਵਾਇਆ। ਇਹ ਉਹਨਾਂ ਦੀ ਮਹਾਨਤਾ ਤੇ ਵਿਸ਼ਾਲ ਉਦਾਰਤਾ ਦਾ ਉਦਾਹਰਣ ਹੈ। ਇਹਨਾਂ ਦੀ ਇੱਕ ਹੋਰ ਵੱਡੀ ਮਿਸਾਲ ਜੋ ਕਿ ਇਹਨਾਂ ਦੀ ਸ਼ਖਸੀਅਤ ਨੂੰ ਉਜਾਗਰ ਕਰਦੀ ਹੈ, ਮਸਕੀਨ ਸਾਹਿਬ ਜੀ ਨੇ ਪ੍ਰਚਾਰਕਾਂ ਨੂੰ ਉੱਚਾ ਚੁੱਕਣ ਲਈ ਅਤੇ ਸੰਗਤ ਦੇ ਨਾਲ ਰੂਬਰੂ ਕਰਾਉਣ ਲਈ ਇੱਕ ਮਹਾਨ ਗੁਰਮਤਿ ਸਮਾਗਮ ਲਗਭਗ 1960 ਦੇ ਵਿੱਚ ਅਲਵਰ ਰਾਜਸਥਾਨ ਵਿਖੇ ਆਰੰਭ ਕੀਤਾ ਅਤੇ ਹੁਣ ਤੱਕ ਇਹ ਮਹਾਨ ਗੁਰਮਤਿ ਸਮਾਗਮ ਚੱਲਦਾ ਆ ਰਿਹਾ ਹੈ, ਜਿਸ ਦੇ ਵਿੱਚ ਵਿਸ਼ਵ ਪੱਧਰ ਤੇ ਬਹੁਤ ਵੱਡੇ ਵੱਡੇ ਚੋਟੀ ਦੇ ਗਾਇਕ, ਗੁਣੀ ਗਿਆਨੀ, ਕੀਰਤਨੀਏ, ਕਥਾਵਾਚਕ, ਢਾਡੀ, ਕਵੀਸ਼ਰ ਭਾਗ ਲੈਂਦੇ ਹਨ ਅਤੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ। ਮਸਕੀਨ ਸਾਹਿਬ ਜੀ ਦੀ ਸਦੇ ਵਿਛੋੜੇ ਨਾਲ ਪਵਿੱਤਰ ਗੁਰਬਾਣੀ, ਗੁਰਮਤ ਤੇ ਸਿੱਖ ਸਿਧਾਂਤਾਂ ਦਾ ਅਤੇ ਸਾਹਿਤਿਕ, ਮਨੋਵਿਗਿਆਨਿਕ ਤੇ ਕਾਵਿਕ ਵਿਆਖਿਆ ਦਾ ਸਦੀਵੀ ਘਾਟਾ ਅਨੁਭਵ ਹੁੰਦਾ ਰਹੇਗਾ। ਸਾਡੀ ਅਰਦਾਸ ਹੈ ਕਿ ਸਤਿਕਾਰਯੋਗ ਮਸਕੀਨ ਸਾਹਿਬ ਜੀ ਦੇ ਬੱਚੇ, ਤਿੰਨਾਂ ਦੇ ਸਪੁੱਤਰ ਸਰਦਾਰ ਅਮਰਜੀਤ ਸਿੰਘ ਜੀ, ਸਰਦਾਰ ਅਮੋਲਕ ਸਿੰਘ, ਸਰਦਾਰ ਭੂਪਿੰਦਰ ਸਿੰਘ ਅਤੇ ਬੱਚੀਆਂ ਬੀਬੀ ਗੁਰਬਚਨ ਕੌਰ, ਬੀਬੀ ਮਨਜੋਤ ਕੌਰ, ਇਹਨਾਂ ਸਾਰਿਆਂ ਨੂੰ ਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਸਾਰੀ ਸੰਗਤ ਨੂੰ ਉਹਨਾਂ ਦੀ ਦੱਸੀ ਹੋਈ ਕਥਾ ਤੇ ਮਾਰਗਦਰਸ਼ਨ ਤੇ ਗੁਰਮਤ ਗਾੜੀ ਰਾਹ ਚਲੰਦਾ ਦੇ ਅਨੁਸਾਰ ਚੱਲਣ ਦਾ ਬਲ ਤੇ ਬੁੱਧ ਤੇ ਸਮਰਥਾ ਬਖਸ਼ੇ। ਗਲਤੀ ਭੁੱਲ ਚੁੱਕ ਦੀ ਖਿਮਾ। ਦਾਸ ਹਰਬੰਸ ਸਿੰਘ ਸੂਰਜ, ਗੁਰੂ ਕੇ ਕੀਰਤਨੀਏ ਅਤੇ ਛੋਟੇ ਵੀਰ ਭਾਈ ਜੋਗਿੰਦਰ ਸਿੰਘ ਜੋਗੀ ਹੋਰਾਂ ਵੱਲੋਂ ਸਨਮਰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।